किताब खाड़कू संघर्ष की साखी अणजाणे अणगौले सिद्दकी ਅਤੇ ਯੋਧੇ ਲੇਖਕ ਭਾਈ ਦਲਜੀਤ ਸਿੰਘ। 19ਵੇਂ ਭਾਗ ਵਿੱਚ ਸੁਣੋ। ਉਜੜਨ ਵਾਲੇ ਪਰਿਵਾਰ, ਦਿੱਲੀ ਵਾਲਾ ਪਰਿਵਾਰ, ਕਾਰ ਸੇਵਾ ਵਿੱਚ ਰਹਿਣ ਵਾਲੇ, ਬਰਨਾਲੇ ਕੋਲ ਦਾ ਪਰਿਵਾਰ ਅਤੇ ਬਦਨਸੀਬ ਪੂਰਬੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਜੜਨ ਵਾਲੇ ਪਰਿਵਾਰ। ਹਕੂਮਤਾਂ ਦਾ ਜ਼ਬਰ ਬਲਦੀ ਭੱਠੀ ਵਾਂਗ ਹੁੰਦਾ ਹੈ, ਉਹ ਗਿੱਲੇ ਸੁੱਕੇ ਨੂੰ ਨਹੀਂ ਵੇਖਦਾ। ਹਕੂਮਤ ਦਾ ਸੰਦ ਬਣਨ ਵਾਲੇ ਪੁਰਜਿਆਂ ਨੇ ਵੀ ਕਿਸੇ ਦੀ ਮਾਸੂਮੀ, ਬਜ਼ੁਰਗੀ, ਬਿਮਾਰੀ ਜਾਂ ਲਾਚਾਰੀ ਨਹੀਂ ਵੇਖੀ। ਇਹ ਗਾਥਾ ਫਤਿਹਗੜ੍ਹ ਸਾਹਿਬ ਕੋਲ ਦੀ ਹੈ। ਇੱਕ ਬਜ਼ੁਰਗ ਜਿਸ ਦਾ ਮੁੰਡਾ ਅਤੇ ਜਵਾਈ ਸ਼ਹੀਦ ਹੋ ਚੁੱਕੇ ਸਨ, ਪਰ ਫਿਰ ਵੀ ਵਾਰ-ਵਾਰ ਪੁਲਿਸ ਹਵਾਲਾਤ ਵਿੱਚ ਜਾਣ ਅਤੇ ਜਲੀਲ ਹੋਣ ਤੋਂ ਤੰਗ ਆ ਗਿਆ। ਉਹ ਬਜ਼ੁਰਗ ਨੂੰ ਉਹਦੇ ਕਿਸੇ ਜਾਣਕਾਰ ਨੇ ਆਖਰੀ ਵਾਰ ਦਿੱਲੀ ਵਾਲੀ ਰੇਲ ਗੱਡੀ ਚੜ੍ਹਦਿਆਂ ਵੇਖਿਆ। ਉਸ ਤੋਂ ਬਾਅਦ ਉਹ ਕਦੇ ਪੰਜਾਬ ਨਹੀਂ ਪਰਤਿਆ। ਦਿੱਲੀ ਵਾਲਾ ਪਰਿਵਾਰ। ਦਿੱਲੀ ਪੁਲਿਸ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਘਰ ਸਿੰਘਾਂ ਦੀ ਠਾਰ ਹੈ। ਫਿਰ ਵਾਰ-ਵਾਰ ਛਾਪੇ ਪੈਣ, ਥਾਣੇ ਜਾਣ, ਤਫਤੀਸ਼ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਹਨਾਂ ਦਾ ਵੱਡਾ ਮੁੰਡਾ ਮਾਨਸਿਕ ਤੌਰ 'ਤੇ ਬਿਮਾਰ ਸੀ। ਉਹ ਬਹੁਤ ਪੜ੍ਹਿਆ ਹੋਇਆ ਸੀ, ਪਰ ਪੜ੍ਹਾਈ ਦੌਰਾਨ ਹੀ ਕਿਸੇ ਕਾਰਨ ਨਿਰਾਸ਼ਤਾ ਵਿੱਚ ਡੁੱਬ ਗਿਆ। ਉਹਨੂੰ ਹਸਪਤਾਲ ਤੋਂ ਛੁੱਟੀ ਮਿਲਿਆਂ ਕੁਝ ਸਮਾਂ ਹੀ ਹੋਇਆ ਸੀ ਕਿ ਸਿੰਘਾਂ ਨਾਲ ਮੇਲ ਹੋ ਗਿਆ। ਪੁਲਿਸ ਦੇ ਵਾਰ-ਵਾਰ ਚੱਕਰਾਂ ਨੇ ਉਹਨੂੰ ਮੁੜ ਪਹਿਲਾਂ ਵਰਗਾ ਕਰ ਦਿੱਤਾ। ਇੱਕ ਦਿਨ ਘਰੋਂ ਹਸਪਤਾਲ ਲਈ ਗਿਆ, ਪਰ ਮੁੜ ਕੇ ਨਹੀਂ ਲੱਭਿਆ ਕਿ ਕਿੱਥੇ ਗਿਆ। ਉਹਦੇ ਮਾਪਿਆਂ ਨੇ ਆਪਣੀ ਸਮਰੱਥਾ ਮੂਜਬ ਬਹੁਤ ਵਾਹ ਲਾਈ, ਪਰ ਉਹ ਕਿਤੇ ਅਲੋਪ ਹੀ ਹੋ ਗਿਆ। ਕੁਝ ਬੰਦੇ ਹਕੂਮਤੀ ਦਬਾਅ ਕਾਰਨ ਘਰੋਂ ਭੱਜ ਗਏ, ਪਰ ਕਿਸਮਤ ਨਾਲ ਬਚ ਗਏ। ਜੇਲ੍ਹ ਵਿੱਚ ਸਾਡੇ ਨਾਲ ਇੱਕ ਸਿੰਘ ਕੈਦ ਸੀ। ਉਹਦਾ ਭਰਾ ਭਗੌੜਾ ਸੀ, ਪਰ ਉਹ ਆਪ ਸਿੱਧਾ ਸਾਦਾ ਬੰਦਾ ਸੀ। ਪੁਲਿਸ ਦੇ ਡਰੋਂ ਕਿਸੇ ਨੂੰ ਬਿਨਾਂ ਕੁਝ ਦੱਸੇ ਘਰੋਂ ਭੱਜ ਗਿਆ। ਕੁਝ ਦਿਨ ਗੁਰਦੁਆਰਾ ਮਜਨੂ ਕਾ ਟਿੱਲਾ ਸਾਹਿਬ ਰਿਹਾ। ਉੱਥੇ ਕਿਸੇ ਵਪਾਰੀ ਨੇ ਉਹਨੂੰ ਆਪਣੀ ਦੁਕਾਨ 'ਤੇ ਕੋਈ ਕੰਮ ਦੇ ਦਿੱਤਾ ਅਤੇ ਉਹ 8 ਸਾਲ ਉੱਥੇ ਹੀ ਗੁਪਤ ਰੂਪ ਵਿੱਚ ਰਹਿੰਦਾ ਰਿਹਾ। ਜਦੋਂ ਉਹਦੇ ਪਿੰਡ ਦੀ ਸੰਗਤ ਨੇ ਉਹਨੂੰ ਗੁਰਦੁਆਰਾ ਸਾਹਿਬ ਵਿੱਚ ਵੇਖਿਆ ਤਾਂ ਉਹਨਾਂ ਨੇ ਦੱਸਿਆ ਕਿ ਹੁਣ ਸਭ ਕੁਝ ਬਦਲ ਗਿਆ ਹੈ। ਤੇਰਾ ਭਰਾ ਚੜ੍ਹਾਈ ਕਰ ਗਿਆ ਹੈ ਅਤੇ ਤੇਰੇ ਮਾਤਾ ਪਿਤਾ ਇਕੱਲੇ ਰਹਿੰਦੇ ਹਨ। ਤੈਨੂੰ ਪਿੰਡ ਜਾਣਾ ਚਾਹੀਦਾ ਹੈ। ਉਹ ਪਿੰਡ ਆਇਆ ਤਾਂ ਥਾਣੇ ਦੇ ਕਾਗਜ਼ਾਂ ਵਿੱਚ ਉਹ ਭਗੌੜਾ ਸੀ। ਉਹਦੇ ਉੱਤੇ ਪਰਚਾ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ। ਕੁਝ ਚਿਰ ਮਗਰੋਂ ਰਿਹਾ ਹੋ ਕੇ ਉਹ ਆਪਣੇ ਪਿੰਡ ਵਾਪਸ ਚਲਾ ਗਿਆ। ਕਾਰ ਸੇਵਾ ਵਿੱਚ ਰਹਿਣ ਵਾਲੇ। ਇੱਕ ਵਾਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਾਰ ਸੇਵਾ ਵਾਲਿਆਂ ਦਾ ਸਿੰਘ ਮਿਲਿਆ। ਉਹਨੇ ਦੱਸਿਆ ਕਿ ਉਹ ਪਿੱਛੋਂ ਕਪੂਰਥਲੇ ਕੋਲ ਦਾ ਹੈ। ਉਹਨਾਂ ਦੇ ਘਰ ਜਸਪਾਲ ਸਿੰਘ ਪੱਡੇ ਦੀ ਠਾਰ ਸੀ। ਪੁਲਿਸ ਵਾਰ-ਵਾਰ ਆ ਕੇ ਉਹਨੂੰ ਚੁੱਕ ਲੈਂਦੀ ਸੀ, ਕੁੱਟਮਾਰ ਕਰਦੀ ਸੀ ਅਤੇ ਜਲੀਲ ਕਰਦੀ ਸੀ। ਇਹ ਸਭ ਕੁਝ ਤੋਂ ਤੰਗ ਆ ਕੇ ਉਹ ਕਿਸੇ ਨੂੰ ਕੁਝ ਬਿਨਾਂ ਦੱਸੇ ਹਜ਼ੂਰ ਸਾਹਿਬ ਆ ਗਿਆ। ਪਿਛਲੇ ਦਹਾਕੇ ਤੋਂ ਉੱਥੇ ਹੀ ਰਹਿ ਰਿਹਾ ਹੈ। ਪਹਿਲਾਂ ਉਹ ਕੌਣ ਮੋਹਨ ਸੀ, ਹੁਣ ਸਾਬਤ ਸੂਰਤ ਅਤੇ ਕਾਰ ਸੇਵਾ ਵਾਲਿਆਂ ਦੇ ਚੋਲੇ ਵਿੱਚ ਬਿਲਕੁਲ ਬੇਪਛਾਣ ਹੋ ਗਿਆ ਸੀ। ਉਹਦਾ ਮਨ ਉੱਥੇ ਹੀ ਲੱਗ ਗਿਆ। ਕੁਝ ਸਮੇਂ ਬਾਅਦ ਉਹਨੇ ਪਿੱਛੇ ਪਤਾ ਕਰਾਇਆ ਤਾਂ ਸਭ ਕੁਝ ਠੀਕ ਠਾਕ ਸੀ। ਉਹਦੇ ਉੱਤੇ ਸਿਰਫ ਪਨਾਹ ਦਾ ਮੁਕੱਦਮਾ ਸੀ। ਉਹਨੇ ਪੇਸ਼ ਹੋ ਕੇ ਮੁਕੱਦਮਾ ਭੁਗਤਿਆ ਅਤੇ ਇੱਕ ਦਹਾਕੇ ਬਾਅਦ ਆਪਣੇ ਘਰ ਵਾਪਸ ਆਇਆ। ਕਾਰ ਸੇਵਾ ਵਾਲੇ ਬਾਬਿਆਂ ਨੇ ਵੀ ਸੰਘਰਸ਼ ਵਿੱਚ ਬਹੁਤ ਯੋਗਦਾਨ ਪਾਇਆ ਹੈ। ਬਹੁਤ ਸਿੰਘਾਂ ਨੂੰ, ਬੇਘਰੇ ਅਤੇ ਬੇਆਸਰਾ ਲੋਕਾਂ ਨੂੰ ਉਹਨਾਂ ਦਾ ਆਸਰਾ ਮਿਲਿਆ ਅਤੇ ਨਵੀਂ ਜ਼ਿੰਦਗੀ ਮਿਲੀ। ਹੋਰ ਵੀ ਬਹੁਤ ਡੇਰੇ ਅਤੇ ਸੰਪਰਦਾਵਾਂ ਹਨ ਜਿਨ੍ਹਾਂ ਨੇ ਸੰਘਰਸ਼ ਦੇ ਸਮੇਂ ਸਰਕਾਰੀ ਤਸ਼ੱਦਦ ਦੇ ਸ਼ਿਕਾਰ ਹੋਏ ਲੋਕਾਂ ਦੀ ਮਦਦ ਕੀਤੀ। ਨਾਮਧਾਰੀਆਂ ਨੇ ਵੀ ਕਈ ਪਰਿਵਾਰਾਂ ਨੂੰ ਆਪਣੇ ਕੋਲ ਰੱਖ ਕੇ ਬਚਾਇਆ ਹੈ। ਗੁਰੂ ਨਾਨਕ ਨਾਮ ਲੇਵਾ ਜਗਤ ਵਿੱਚ ਜਿਹੜੇ ਲੋਕਾਂ ਨੂੰ ਸਰਕਾਰੀ ਦਰਬਾਰੇ ਜਾਣ ਕਰਕੇ ਅਤੇ ਸਿੱਖੀ ਤੋਂ ਉਲਟ ਮਾਨਤਾ ਮਰਜ਼ਾਦਾ ਕਰਕੇ ਚੰਗੇ ਨਹੀਂ ਸਮਝਿਆ ਜਾਂਦਾ, ਉਹਨਾਂ ਨੇ ਵੀ ਆਪਣੀ ਆਪਣੀ ਸਮਰੱਥਾ ਮੁਤਾਬਕ ਸਰਕਾਰੀ ਜ਼ਬਰ ਦੇ ਸ਼ਿਕਾਰ ਲੋਕਾਂ ਦੀ ਮਦਦ ਕੀਤੀ ਹੈ। ਹਾਲਾਂਕਿ ਉਹ ਲੋਕ ਸਿੱਧੇ ਤੌਰ 'ਤੇ ਸੰਘਰਸ਼ ਦੇ ਹਮਾਇਤੀ ਨਹੀਂ ਸਨ ਅਤੇ ਲੋਕਾਂ ਨੇ ਭਾਵੇਂ ਉਹਨਾਂ ਨੂੰ ਉਜਾਗਰ ਰੂਪ ਵਿੱਚ ਸਰਕਾਰੀ ਪਾਲੇ ਵਿੱਚ ਖੜੇ ਵੀ ਵੇਖਿਆ ਹੈ। ਬਰਨਾਲੇ ਕੋਲ ਦਾ ਪਰਿਵਾਰ। ਬਰਨਾਲੇ ਕੋਲ ਦਾ ਇੱਕ ਮਸ਼ਹੂਰ ਸਿੰਘ ਸੀ। ਜੇਲ੍ਹ ਤੋਂ ਬਾਹਰ ਆਉਣ ਮਗਰੋਂ ਅਸੀਂ ਉਹਦੇ ਪਿੰਡ ਗਏ ਅਤੇ ਲੋਕਾਂ ਤੋਂ ਪਤਾ ਲੱਗਿਆ ਕਿ ਉਹਦਾ ਪਰਿਵਾਰ 2 ਭਰਾ, ਮਾਂ ਅਤੇ 2 ਬੱਚਿਆਂ ਸਮੇਤ ਪਿੰਡ ਛੱਡ ਕੇ ਕਿਤੇ ਚਲੇ ਗਏ, ਮੁੜ ਕੇ ਵਾਪਸ ਨਹੀਂ ਆਏ। ਉਹਨਾਂ ਦਾ ਘਰ ਉਸੇ ਤਰ੍ਹਾਂ ਖੜਾ ਹੈ, ਪਰ ਸਾਂਭ ਸੰਭਾਲ ਬਿਨਾਂ ਬੇਆਬਾਦ ਹੋ ਗਿਆ ਸੀ।
ਜ਼ਮੀਨ ਵੀ ਉਹ ਉਸੇ ਤਰ੍ਹਾਂ ਹੀ ਛੱਡ ਗਏ। ਕਿਸੇ ਨੂੰ ਹਿੱਸੇ ਠੇਕੇ ਲਈ ਵੀ ਕਹਿ ਕੇ ਨਹੀਂ ਗਏ। ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ ਇਹ ਪਰਿਵਾਰ ਮੁੜ ਪਿੰਡ ਨਹੀਂ ਆਇਆ। ਅਸੀਂ ਕਾਫੀ ਥਾਂ ਪੁੱਛ-ਗਿੱਛ ਕੇ ਉਹਨਾਂ ਨੂੰ ਅਖੀਰ ਖੰਨੇ ਕੋਲ ਇੱਕ ਭੱਠੇ ਦੇ ਨੇੜੇ ਜਾ ਲੱਭਿਆ। ਉਹ ਇੰਨਾ ਡਰ ਗਏ ਕਿ ਉਹਨਾਂ ਨੇ ਆਪਣੀ ਪਛਾਣ ਬਦਲ ਕੇ ਉੱਥੇ ਕਿਸੇ ਤਗੜੇ ਜ਼ਿਮੀਂਦਾਰ ਦੇ ਖੇਤਾਂ ਵਿੱਚ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਝੌਂਪੜੀ ਪਾ ਕੇ ਰਹਿਣਾ ਸ਼ੁਰੂ ਕਰ ਦਿੱਤਾ। ਆਪਣੇ ਆਪ ਨੂੰ ਉੱਥੇ ਹੀ ਵਸਦਾ ਮੰਨ ਲਿਆ। ਜਦੋਂ ਅਸੀਂ ਉਹਨਾਂ ਨੂੰ ਸਮਝਾਇਆ ਕਿ ਹੁਣ ਹਾਲਾਤ ਬਦਲ ਗਏ ਹਨ, ਚੱਲ ਕੇ ਆਪਣਾ ਘਰ-ਬਾਰ ਅਤੇ ਜ਼ਮੀਨ ਸੰਭੋ, ਉਹ ਬਿਲਕੁਲ ਹੀ ਨਹੀਂ ਮੰਨੇ। ਸਗੋਂ ਕਹਿਣ ਲੱਗੇ ਕਿ ਜੇ ਹੋ ਸਕਦਾ ਹੈ ਤਾਂ ਇੰਨਾ ਕਰ ਦਿਓ ਕਿ ਸਾਡਾ ਸਭ ਕੁਝ ਵੇਚ ਕੇ ਜੋ ਮਿਲਦਾ ਹੈ ਸਾਨੂੰ ਲਿਆ ਕੇ ਦੇ ਦਿਓ, ਪਰ ਅਸੀਂ ਮੁੜ ਉੱਥੇ ਨਹੀਂ ਜਾਣਾ। ਉਹਨਾਂ ਨੇ ਸਾਨੂੰ ਇਹ ਵੀ ਕਿਹਾ ਕਿ ਸਾਡੇ ਬਾਰੇ ਕਿਸੇ ਨੂੰ ਦੱਸਿਓ ਨਾ। ਇਹ ਛੋਟਾ ਸਧਾਰਨ ਕਿਸਾਨ ਪਰਿਵਾਰ ਸੀ। ਉਹਨਾਂ ਨੇ ਹਕੂਮਤ ਦੇ ਡਰ ਨੂੰ ਇਸ ਹੱਦ ਤੱਕ ਕਬੂਲ ਲਿਆ ਕਿ ਉਹਨਾਂ ਨੇ ਆਪਣੀ ਪਛਾਣ ਨੂੰ ਭੁਲਾਉਣ ਵਿੱਚ ਹੀ ਭਲਾਈ ਸਮਝੀ। ਲੋਕਾਂ ਦੇ ਹਿਸਾਬ ਨਾਲ ਭਾਵੇਂ ਬਹੁਤ ਕੁਝ ਬਦਲ ਗਿਆ ਹੈ, ਪਰ ਜੋ ਡਰ ਅਜਿਹੇ ਲੋਕਾਂ ਅੰਦਰ ਬੈਠ ਗਿਆ ਹੈ ਉਹਦੇ ਵਿੱਚ ਕੋਈ ਫਰਕ ਸ਼ਾਇਦ ਹੀ ਆਵੇ। ਹੋ ਸਕਦਾ ਹੈ ਕਿ ਇੰਨਾ ਵੱਡਾ ਡਰ ਜੋ ਉਹਨਾਂ ਦੀ ਵਿਰਾਸਤ ਨੂੰ ਨਿਗਲ ਗਿਆ, ਉਹ ਉਹਨਾਂ ਦੀ ਅਗਲੀ ਪੀੜ੍ਹੀ ਦੀ ਵਿਰਾਸਤ ਵੀ ਬਣ ਜਾਵੇ। ਪੰਜਾਬ ਵਿੱਚ ਅਗਲੀ ਪੀੜ੍ਹੀ ਦੇ ਸੱਚਾਈ ਨਾਲੋਂ ਟੁੱਟ ਜਾਣ ਦਾ ਕਾਰਨ ਸਿਰਫ ਤਕਨੀਕੀ ਤਰੱਕੀ ਵਾਲੀ ਜੀਵਨ ਤੋਰ ਨਹੀਂ ਹੈ। ਇਹ ਡਰ ਹੈ ਜੋ ਹਕੂਮਤ ਨੇ ਲੋਕਾਂ ਦੇ ਮਨਾਂ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਇਸ ਤਰ੍ਹਾਂ ਦੇ ਸਾਦਾ ਜੀਵਨ ਲੋਕਾਂ ਉੱਤੇ ਕਾਫੀ ਕਾਰਗਰ ਹੋਇਆ ਵੀ ਹੈ। ਜੋ ਸਿੱਖ ਹੋ ਕੇ ਵੀ ਸੰਘਰਸ਼ ਦੇ ਖਿਲਾਫ ਬੋਲਦੇ ਹਨ, ਉਹਨਾਂ ਵਿੱਚ ਵੀ ਕਿਸੇ ਨਾ ਕਿਸੇ ਪਾਸਿਓਂ ਡਰ ਦਾ ਅਸਰ ਪਿਆ ਹੁੰਦਾ ਹੈ। ਬਦਨਸੀਬ ਪੂਰਬੀ ਹੈ। ਇਹ ਵਾਕਿਆ ਉਹਨਾਂ ਵੇਲਿਆਂ ਦਾ ਹੈ ਜਦੋਂ ਮੁਗਲਾਂ ਅੰਗਰੇਜ਼ਾਂ ਦੇ ਜ਼ਮਾਨਿਆਂ ਵਾਂਗ ਸਿੰਘਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ। ਦਿੱਲੀ ਹਕੂਮਤ ਸਿੱਖ ਸੰਘਰਸ਼ ਨੂੰ ਦਬਾਉਣ ਲਈ ਪੂਰਾ ਜ਼ੋਰ ਲਾ ਰਹੀ ਸੀ। ਸਿੰਘਾਂ ਦੇ ਜਥੇ ਛਿੱਬੇ ਪੈ ਰਹੇ ਸਨ। ਇੱਕ ਗੀਤ ਪੱਤਾ ਪੱਤਾ ਸਿੰਘਾਂ ਦਾ ਵੈਰੀ ਉਸ ਵੇਲੇ ਦੀ ਔਖੀ ਹਾਲਤ ਨੂੰ ਬਿਆਨ ਕਰਦਾ ਸੀ। ਇਹ ਕਹਾਣੀ ਮੈਨੂੰ ਨਾਭੇ ਜੇਲ੍ਹ ਵਿੱਚ ਸੰਘਰਸ਼ ਦੇ ਹਮੈਤੀ ਸਿੰਘ ਨੇ ਸੁਣਾਈ ਜੋ ਸਿੰਘਾਂ ਨੂੰ ਠਾਰ ਦੇਣ ਕਰਕੇ ਜੇਲ੍ਹ ਵਿੱਚ ਸੀ। ਇਹ ਸਿੰਘ ਅਮਰਗੜ੍ਹ ਜ਼ਿਲ੍ਹਾ ਮਲੇਰਕੋਟਲਾ ਥਾਣੇ ਵਿੱਚ ਹੀ ਕਈ ਮਹੀਨਿਆਂ ਤੱਕ ਬੰਦ ਰਿਹਾ ਸੀ। ਕਾਫੀ ਭੱਜ ਨੱਸ ਮਗਰੋਂ ਉਹਦੇ ਘਰਦਿਆਂ ਦਾ ਜ਼ੋਰ ਪੈ ਗਿਆ। ਬਿਨਾਂ ਜੁਰਮ ਤੋਂ ਜੁਰਮਾਨਾ ਭਰ ਕੇ ਵੀ ਉਹ ਇਸੇ ਗੱਲ ਨੂੰ ਹੀ ਗਨੀਮਤ ਸਮਝਦੇ ਸਨ ਕਿ ਪੁਲਿਸ ਵਾਲੇ ਉਹਨਾਂ ਦੇ ਬੰਦੇ ਨੂੰ ਕੋਈ ਮੁਕੱਦਮਾ ਪਾ ਕੇ ਜੇਲ੍ਹ ਭੇਜ ਦੇਣ। ਜਦੋਂ ਉਹ ਸਿੰਘ ਥਾਣੇ ਵਿੱਚ ਬੰਦ ਸੀ ਤਾਂ ਉਹਨੇ ਉੱਥੇ ਬਹੁਤ ਕੁਝ ਵੇਖਿਆ ਸੀ। ਆਪਣੇ ਵਾਂਗੂ ਆਏ ਹੋਰਾਂ ਤੋਂ ਸੁਣਿਆ ਅਤੇ ਕਈ ਵਾਰ ਪੁਲਿਸ ਵਾਲੇ ਬੰਦੇ ਨੂੰ ਡਰਾਉਣ ਲਈ ਵੀ ਕਿਸੇ ਦੇ ਹਾਲ ਦਾ ਹਵਾਲਾ ਦੇ ਦਿੰਦੇ ਸਨ। ਉਹਦੇ ਉੱਤੇ ਵੀ ਤਸ਼ੱਦਦ ਹੋਇਆ ਸੀ। ਉਹ ਕਿਸੇ ਫੌਜੀ ਅਧਿਕਾਰੀ ਦਾ ਰਿਸ਼ਤੇਦਾਰ ਸੀ, ਇਸ ਕਰਕੇ ਉਹਦੀ ਜਾਨ ਬਚੀ ਰਹੀ ਅਤੇ ਦੂਜਿਆਂ ਨਾਲੋਂ ਥੋੜ੍ਹਾ ਫਰਕ ਵੀ ਰਿਹਾ। ਉਂਝ ਵੀ ਉਹਦਾ ਕਿਸੇ ਕੰਮ ਵਿੱਚ ਹੱਥ ਨਹੀਂ ਸੀ, ਸਿਰਫ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਹੀ ਛਕਾਇਆ ਸੀ। ਪਰ ਉਹਨਾਂ ਵੇਲਿਆਂ ਵਿੱਚ ਮਾਰਨ ਲਈ ਤਕਾਏ ਗਏ ਬੰਦਿਆਂ ਦਾ ਗੁਨਾਹ ਪੁੱਛਿਆ ਨਹੀਂ ਜਾਂਦਾ ਸੀ। ਉਹ ਸਿੰਘ ਨੇ ਉਹ ਥਾਣੇ ਦੇ ਉਸ ਵੇਲੇ ਦੇ ਥਾਣੇਦਾਰ ਦਾ ਨਾਮ ਵੀ ਦੱਸਿਆ ਸੀ, ਪਰ ਮੈਨੂੰ ਹੁਣ ਭੁੱਲ ਗਿਆ। ਇੱਕ ਗੱਲ ਜਿਹੜੀ ਮੈਨੂੰ ਨਹੀਂ ਭੁੱਲੀ ਅਤੇ ਉਹਨੂੰ ਵੀ ਵਾਰ-ਵਾਰ ਚੇਤੇ ਆਉਂਦੀ ਸੀ, ਉਸ ਥਾਣੇ ਵਿੱਚ ਕੁਝ ਗਰੀਬ ਬੰਦੇ ਸਨ ਜੋ ਸਾਬਤ ਸੂਰਤ ਸਨ। ਉਹਨਾਂ ਦੇ ਬੋਲਣ ਤੋਂ ਪਤਾ ਲੱਗਦਾ ਸੀ ਕਿ ਉਹ ਪੰਜਾਬ ਦੇ ਨਹੀਂ ਹਨ। ਉਹ 6 ਜਣੇ ਸਨ। ਉਹਨਾਂ ਨੂੰ ਇਕੱਠੇ ਹੀ ਰੱਖਿਆ ਹੋਇਆ ਸੀ। ਉਹਨਾਂ ਵਿੱਚੋਂ 3 ਜਣੇ ਬਿਹਾਰ ਦੇ ਜ਼ਿਲ੍ਹੇ ਕਟਿਹਾਰ ਦੇ ਕਿਸੇ ਇੱਕੋ ਪਿੰਡ ਦੇ ਸਨ। ਉਹ ਝੋਨੇ ਦੀ ਲਵਾਈ ਸਮੇਂ ਪੰਜਾਬ ਆਏ ਸਨ। ਬਿਨਾਂ ਟਿਕਟ ਸਫ਼ਰ ਕਰਨ ਦੇ ਦੋਸ਼ ਵਿੱਚ ਕਿਸੇ ਨਿਯਮਾਂ ਦੇ ਪੱਕੇ ਟੀਟੀ ਨੇ ਉਹਨਾਂ ਨੂੰ ਥਾਣੇ ਭੇਜ ਦਿੱਤਾ ਸੀ। ਲਗਭਗ 2 ਮਹੀਨਿਆਂ ਤੋਂ ਇੱਥੇ ਹੀ ਬੰਦ ਸਨ। ਇਹ ਸਾਰੇ ਹੀ ਜਵਾਨ ਉਮਰ ਦੇ ਸਨ। ਸਭ ਤੋਂ ਵੱਡੀ ਉਮਰ ਵਾਲਾ ਵੀ 30 ਕੁ ਸਾਲ ਦਾ ਸੀ। 2 ਹੋਰ ਜਣੇ ਪੂਰਬੀ ਯੂਪੀ ਤੋਂ ਸਨ ਜਿਹੜੇ ਕਈ ਸਾਲਾਂ ਤੋਂ ਪੰਜਾਬ ਆਉਂਦੇ ਜਾਂਦੇ ਸਨ। ਉਹ ਆਪਸੀ ਲੜਾਈ ਦੇ ਕਾਰਨ ਇੱਥੇ ਫੜੇ ਹੋਏ ਸਨ। ਉਹਨਾਂ ਵਿੱਚੋਂ ਇੱਕ ਅੱਧ-ਖੜ ਉਮਰ ਦਾ ਬਿਹਾਰੀ ਸੀ ਜੋ ਚੋਰੀ ਕਰਨ ਕਰਕੇ ਫੜਿਆ ਹੋਇਆ ਸੀ। ਇਹਨਾਂ ਸਾਰਿਆਂ ਨੂੰ ਪੁਲਿਸ ਵਾਲਿਆਂ ਨੇ ਇਕੱਠੇ ਹੀ ਰੱਖਿਆ ਹੋਇਆ ਸੀ। ਇਹਨਾਂ ਨੂੰ ਕਈ ਮਹੀਨਿਆਂ ਤੋਂ ਫੜਿਆ ਹੋਇਆ ਸੀ। ਉਹਨਾਂ ਦੇ ਦਾੜ੍ਹੀ ਕੇਸ ਵੱਧ ਗਏ ਸਨ, ਇਸ ਕਰਕੇ ਸ਼ਕਲੋਂ ਉਹਨਾਂ ਦਾ ਪਤਾ ਨਹੀਂ ਲੱਗਦਾ ਸੀ। ਉਹ ਸਾਰਾ ਦਿਨ ਥਾਣੇ ਦਾ ਸਾਰਾ ਕੰਮ ਕਰਦੇ ਅਤੇ ਰਾਤ ਨੂੰ ਪੁਲਿਸ ਵਾਲੇ ਉਹਨਾਂ ਨੂੰ ਹਵਾਲਾਤ ਵਿੱਚ ਬੰਦ ਕਰ ਦਿੰਦੇ ਸਨ। ਸਵੇਰੇ ਚਾਹ ਵੇਲੇ ਤੋਂ ਹੀ ਉਹਨਾਂ ਨੂੰ ਕੰਮ ਲਈ ਬਾਹਰ ਕੱਢ ਲੈਂਦੇ। ਸੰਘਰਸ਼ ਨਾਲ ਸੰਬੰਧਿਤ ਬੰਦਿਆਂ ਦੀ ਕੁੱਟਮਾਰ ਕਰਦੇ ਸਨ, ਪਰ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਸਨ। ਉਹ ਸਿੰਘ ਦੇ ਦੱਸਣ ਅਨੁਸਾਰ
ਇਹ ਬੰਦੇ ਵੀ ਰੋਜ਼ ਹੋਣ ਵਾਲੀ ਕੁੱਟਮਾਰ ਅਤੇ ਚੀਕਾਂ ਤੋਂ ਬਹੁਤ ਪਰੇਸ਼ਾਨ ਸਨ। ਕਈ ਵਾਰ ਪੁਲਿਸ ਵਾਲੇ ਕਿਸੇ ਖਾਸ ਫੜੇ ਬੰਦਿਆਂ ਤੋਂ ਵੱਖ ਰੱਖਣ ਲਈ ਉਹ ਸਿੰਘ ਨੂੰ ਵੀ ਇਹਨਾਂ ਗਰੀਬ ਮਜ਼ਦੂਰਾਂ ਨਾਲ ਬੰਦ ਕਰ ਦਿੰਦੇ ਸਨ। ਇਸ ਕਰਕੇ ਉਹਨਾਂ ਨਾਲ ਉਸ ਦਾ ਲਗਾਅ ਹੋ ਗਿਆ। ਇਹ ਸਾਰੇ ਆਪਣੇ ਦੇਸ਼ ਅਤੇ ਘਰਾਂ ਬਾਰੇ ਬਹੁਤ ਫਿਕਰਮੰਦ ਸਨ। ਉਹ ਲੋਕ ਤਾਂ ਆਪਣੇ ਇਲਾਕਿਆਂ ਦੀ ਪੁਲਿਸ ਤੋਂ ਵੀ ਡਰਨ ਵਾਲੇ ਸਨ। ਪੰਜਾਬ ਪੁਲਿਸ ਦਾ ਭਿਆਨਕ ਰੂਪ ਵੇਖ ਉਹਨਾਂ ਨੂੰ ਇੰਨਾ ਡਰ ਲੱਗਦਾ ਸੀ ਕਿ ਉਹ ਪੁਲਿਸ ਵਾਲਿਆਂ ਦੇ ਹੁਕਮ 'ਤੇ ਮਸ਼ੀਨਾਂ ਵਾਂਗ ਕੰਮ ਕਰਦੇ ਰਹਿੰਦੇ ਸਨ। ਉਹਨਾਂ ਨੇ ਡਰਦਿਆਂ ਕਈ ਵਾਰ ਮੁਨਸ਼ੀ ਅਤੇ ਥਾਣੇਦਾਰ ਨੂੰ ਫਰਿਆਦ ਕੀਤੀ ਕਿ ਜਾਂ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਵੇ ਜਾਂ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇ। ਬਹੁਤੀ ਵਾਰ ਉਹਨਾਂ ਨੂੰ ਝਿੜਕਾਂ ਹੀ ਪੈਂਦੀਆਂ ਸਨ। ਕਦੀ ਉਹਨਾਂ ਦੀ ਗੱਲ ਨੂੰ ਪੁਲਿਸ ਵਾਲੇ ਹਾਸੇ ਮਖੌਲ ਵਿੱਚ ਹੀ ਟਾਲ ਛੱਡਦੇ। ਇੱਕ ਬਦਨਾਮ ASI ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਜੇਲ੍ਹ ਨਹੀਂ ਸਗੋਂ ਬਹੁਤ ਵਧੀਆ ਥਾਂ ਭੇਜਾਂਗਾ, ਤੁਸੀਂ ਸਾਨੂੰ ਅਸੀਸਾਂ ਦਿਓਗੇ। ਉਹਨਾਂ ਨੇ ਇਹ ਗੱਲ ਮਜ਼ਾਕ ਸਮਝ ਲਈ। ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਸੋਚਿਆ ਅਤੇ ਪੁਲਿਸ ਵਾਲੇ ਆਪਣੇ ਹਿਸਾਬ ਨਾਲ ਕਹਿ ਰਹੇ ਸਨ। ਉਹਨਾਂ ਵੇਲਿਆਂ ਵਿੱਚ ਕੋਈ ਵੀ ਹਵਾਲਾਤੀ ਥਾਣੇ ਦੇ ਮਾਹੌਲ ਵਿੱਚ ਦਖਲ ਅੰਦਾਜ਼ੀ ਨਹੀਂ ਕਰਦਾ ਸੀ। ਉਦੋਂ ਸਭ ਦੀ ਮਾਨਸਿਕਤਾ ਅਜਿਹੀ ਹੁੰਦੀ ਸੀ ਕਿ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ ਜਾਵੇ। ਉੱਥੇ ਇੱਕ ਰਾਤ ਸਹੀ ਸਲਾਮਤ ਗੁਜ਼ਾਰਨੀ ਵੀ ਜ਼ਿੰਦਗੀ ਦੀ ਵੱਡੀ ਨਿਆਮਤ ਲੱਗਦੀ ਸੀ। ਥਾਣਿਆਂ ਵਿੱਚ ਖਾਣਾ ਪੁਲਿਸ ਵਾਲਿਆਂ ਲਈ ਤਾਂ ਬਹੁਤ ਸਵਾਦ ਹੁੰਦਾ ਹੈ, ਪਰ ਫੜੇ ਹੋਏ ਬੰਦੇ ਨੂੰ ਨਾ ਹੀ ਸਵਾਦ ਲੱਗਦਾ ਹੈ ਅਤੇ ਨਾ ਹੀ ਉਦੋਂ ਰੋਟੀ ਸੌਖਿਆਂ ਬੰਦੇ ਦੇ ਸੰਘੋਂ ਹੇਠਾਂ ਲੰਘਦੀ ਹੈ। ਬੇਕਸੂਰ ਫੜੇ ਲੋਕਾਂ ਲਈ ਇਹ ਬਹੁਤ ਬੁਰਾ ਵਕਤ ਹੁੰਦਾ ਹੈ। ਇਹਨਾਂ ਗਰੀਬਾਂ ਨੇ ਜਦੋਂ ਥਾਣੇਦਾਰ ਨੂੰ ਕਿਹਾ ਕਿ ਉਹਨਾਂ ਨੂੰ ਦਾੜ੍ਹੀ ਕੇਸ ਕਟਾਉਣ ਲਈ ਤਾਂ ਮੌਕਾ ਦਿਓ ਅਤੇ ਅੱਗੋਂ ਹੱਸ ਕੇ ਕਹਿਣ ਲੱਗਾ, ਤੁਹਾਨੂੰ ਪਤਾ ਨਹੀਂ ਅੱਜ ਕੱਲ੍ਹ ਸਿੰਘਾਂ ਦਾ ਹੁਕਮ ਚੱਲਦਾ, ਜਿਹਦੇ ਵੀ ਦਾੜ੍ਹੀ ਕੇਸ ਕੱਟੇ ਹੋਣ ਗੋਲੀ ਮਾਰ ਦਿੰਦੇ ਨੇ। ਇਸ ਕਰਕੇ ਦਾੜ੍ਹੀ ਕੇਸ ਰੱਖਣੇ ਲਾਜ਼ਮੀ ਹਨ। ਤੁਹਾਡਾ ਇਸੇ ਗੱਲ ਵਿੱਚ ਹੀ ਭਲਾ ਹੈ। ਉਹਨਾਂ ਵਿਚਾਰਿਆਂ ਨੇ ਮੁੜ ਕੇ ਕਦੀ ਇਹਨਾਂ ਬਾਰੇ ਪੁੱਛਿਆ ਵੀ ਨਾ। ਉਹ ਸਿੰਘ ਨੇ ਆਪਣੇ ਬਾਰੇ ਦੱਸਿਆ, ਮੈਨੂੰ ਉੱਥੇ ਵਿਹਲੇ ਬੈਠ ਪੁਲਿਸ ਦੀਆਂ ਰੋਟੀਆਂ ਖਾਣਾ ਬਹੁਤ ਬੁਰਾ ਲੱਗਦਾ ਸੀ ਅਤੇ ਬਿਨਾਂ ਗੱਲ ਤੋਂ ਹਵਾਲਤ ਵਿੱਚ ਬੰਦ ਰਹਿਣਾ ਹੋਰ ਵੀ ਤੰਗ ਕਰਦਾ ਸੀ। ਪਰ ਉਹਨਾਂ ਬੰਦਿਆਂ ਨਾਲ ਮੇਰਾ ਦਿਲ ਲੱਗਣ ਲੱਗ ਪਿਆ ਸੀ। ਉਹਨਾਂ ਬਾਰੇ ਮੈਂ ਕਦੀ ਸੋਚਿਆ ਵੀ ਨਹੀਂ ਸੀ। ਉਹਨਾਂ ਦਾ ਸਰੂਪ ਪਹਿਲਾਂ ਕਿਹੋ ਜਿਹਾ ਸੀ। ਮਿਹਨਤ ਕਰਨ ਕਰਕੇ ਵੀ ਅਤੇ ਸਰੂਪ ਕਰਕੇ ਵੀ ਮੈਨੂੰ ਉਹ ਚੰਗੇ ਲੱਗਦੇ ਸਨ। ਉਹਨਾਂ ਵਿੱਚੋਂ ਇੱਕ ਪ੍ਰਭਾਤ ਨਾਂ ਦੇ ਨੌਜਵਾਨ ਜਪ ਨਿਸ਼ਾਨ ਦੀਆਂ ਕੁਝ ਪੌੜੀਆਂ ਵੀ ਯਾਦ ਕਰ ਲਈਆਂ। ਉਹ ਕਈ ਵਾਰ ਮੈਨੂੰ ਬੋਲ ਕੇ ਪਾਠ ਕਰਨ ਲਈ ਕਹਿੰਦਾ। ਇਸ ਤਰ੍ਹਾਂ ਹੀ ਦਿਨ ਬੀਤਦੇ ਗਏ। ਇੱਕ ਦਿਨ ਖਾੜਕੂਆਂ ਨੇ ਖੰਨਾ ਪੁਲਿਸ 'ਤੇ ਘਾਤ ਲਾ ਕੇ ਹਮਲਾ ਕੀਤਾ ਅਤੇ ਕੁਝ ਬੰਦੇ ਮਾਰ ਦਿੱਤੇ ਅਤੇ ਕੁਝ ਫੱਟੜ ਹੋ ਗਏ। ਥਾਣੇ ਵਿੱਚ ਆਵਾਜਾਈ ਬਹੁਤ ਹੋ ਗਈ ਅਤੇ ਬੰਦਿਆਂ ਦੀ ਫੜੋ ਫੜੀ ਵੀ ਬਹੁਤ ਹੋਈ। ਅਗਲੇ ਦਿਨ ਥਾਣੇਦਾਰ ਦੇ ਕਮਰੇ ਵਿੱਚ SSP ਦੇਰ ਰਾਤ ਤੱਕ ਬੈਠਾ ਸ਼ਰਾਬ ਪੀਂਦਾ ਰਿਹਾ। ਉਹਨਾਂ ਦੀਆਂ ਉੱਚੀ ਗੱਲਾਂ ਬਾਹਰ ਤੱਕ ਸੁਣਦੀਆਂ ਰਹੀਆਂ। ਇਸ ਤੋਂ ਬਾਅਦ ਰਾਤ 1 ਵਜੇ ਦੇ ਕਰੀਬ ਪੂਰਾ ਦਸਤਾ ਲੈ ਕੇ ਆਇਆ ਅਤੇ ਸਾਡੇ ਵਾਲੀ ਹਵਾਲਾਤ ਦੇ ਸਾਹਮਣੇ ਖਲੋ ਗਿਆ। ਮੈਂ ਚੁੱਪਚਾਪ ਮੂੰਹ 'ਤੇ ਚਾਦਰ ਲਈ ਪਿਆ ਰਿਹਾ, ਜਿਵੇਂ ਮੈਂ ਸੁੱਤਾ ਵਾਂ। ਥਾਣੇਦਾਰ ਨੇ ਮੈਨੂੰ ਜਗਾਇਆ ਵੀ ਨਹੀਂ। ਉਹਨਾਂ ਸਾਰਿਆਂ ਨੂੰ ਉਠਾ ਕੇ ਬਾਹਰ ਕੱਢਿਆ ਅਤੇ ਉੱਧਰ ਲੈ ਗਿਆ ਜਿੱਧਰ ਉਹਦੇ ਅਫਸਰ ਬੈਠੇ ਸਨ। ਘੰਟੇ ਕੁ ਬਾਅਦ ਉਹ ਉਹਨਾਂ ਨੂੰ ਬਾਹਰ ਲੈ ਕੇ ਚਲੇ ਗਏ। ਉਹ ਸਿੰਘ ਨੇ ਅੱਗੇ ਦੱਸਿਆ, ਮੈਂ ਸਵੇਰੇ ਜਦੋਂ ਸੰਤਰੀ ਤੋਂ ਉਹਨਾਂ ਬਾਰੇ ਪੁੱਛਿਆ ਤਾਂ ਉਹ ਕਹਿੰਦਾ ਉਹਨਾਂ ਸਾਰਿਆਂ ਨੂੰ ਛੱਡ ਦਿੱਤਾ। ਸੁਣ ਕੇ ਇੱਕ ਵਾਰ ਤਾਂ ਚੰਗਾ ਲੱਗਿਆ, ਪਰ ਨਾਲ ਹੀ ਮਨ ਵਿੱਚ ਸਵਾਲ ਉੱਠਿਆ ਕਿ ਜੇ ਛੱਡਣਾ ਹੀ ਸੀ ਤਾਂ ਰਾਤ ਨੂੰ ਹੀ ਕਿਉਂ? ਇੱਕ ਪਲ ਆਇਆ, ਚੈਨ ਬੇਚੈਨੀ ਵਿੱਚ ਬਦਲ ਗਿਆ। ਮੇਰੀ ਬੇਚੈਨੀ ਅਗਲੇ ਦਿਨ ਇੱਕ ਹੋਰ ਸਿਪਾਹੀ ਨੇ ਦੂਰ ਕਰ ਦਿੱਤੀ ਜੋ ਮੇਰੇ ਨਾਲ ਥੋੜ੍ਹਾ ਜਿਹਾ ਲਗਾਅ ਰੱਖਦਾ ਸੀ। ਉਹਨੇ ਬੜੇ ਬੁਝੇ ਮਨ ਨਾਲ ਦੱਸਿਆ ਕਿ ਇਹ ਬੁੱਚੜ ਨੇ ਉਹਨਾਂ ਗਰੀਬ ਪਰਦੇਸੀਆਂ ਦਾ ਵੀ ਮੁਕਾਬਲਾ ਬਣਾ ਦਿੱਤਾ ਹੈ। ਅੱਜ ਦੀਆਂ ਅਖਬਾਰਾਂ ਭਰੀਆਂ ਪਈਆਂ ਹਨ ਮੁਕਾਬਲੇ ਦੀ ਚਰਚਾ ਨਾਲ। ਪੁਲਿਸ 'ਤੇ ਘਾਤ ਲਾ ਕੇ ਹਮਲਾ ਕਰਨ ਵਾਲੇ 6 ਖਾੜਕੂ ਸਖਤ ਪੁਲਿਸ ਮੁਕਾਬਲੇ ਵਿੱਚ ਹਲਾਕ ਅਤੇ ਗੋਲਾ ਬਰੂਦ ਬਰਾਮਦ ਹੋਇਆ। ਇਹ ਸਾਰੇ ਅਣਪਛਾਤੇ ਹੀ ਲੱਗਦੇ ਸਨ ਜੋ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਵਿੱਚੋਂ ਆਏ ਹੋਣ। ਇਹ ਮੁਕਾਬਲੇ ਕਰਕੇ ਉਹ ASI ਛੇਤੀ ਹੀ ਇੰਸਪੈਕਟਰ ਵੀ ਬਣ ਗਿਆ ਅਤੇ ਉਹਨੂੰ ਸਨਮਾਨ ਵੀ ਮਿਲਿਆ। ਕੁਝ ਦਿਨਾਂ ਬਾਅਦ ਲਾਂਗਰੀ ਨੇ ਦੱਸਿਆ ਕਿ ਉਸ ਰਾਤ ਛੱਡ ਦਿੱਤੇ ਜਾਣ ਦੀ ਗੱਲ ਸੁਣ ਕੇ ਉਹ ਇੰਨੇ ਖੁਸ਼ ਸਨ। ਉਹਨਾਂ ਵਿਚਾਰਿਆਂ ਨੇ ਚਾਅ ਨਾਲ ਪੁਲਿਸ ਦੇ ਦਿੱਤੇ ਨਵੇਂ ਕੁੜਤੇ ਪਜਾਮੇ ਅਤੇ ਪੈਂਟਾਂ ਕਮੀਜ਼ਾਂ ਵੀ ਪਾ ਲਈਆਂ। ਉਹ ਆਪ ਖੁਸ਼ੀ ਨਾਲ ਗੱਡੀ ਵਿੱਚ ਚੜ੍ਹੇ। ਸਿੰਘ ਨੇ ਗੱਲ ਖਤਮ ਕੀਤੀ। ਉਹਨਾਂ ਦੇ ਮਨਾਂ ਵਿੱਚ ਆਖਰੀ ਮੌਕੇ ਕੀ ਖਿਆਲ ਆਏ ਹੋਣਗੇ
ਧੋਖੇਬਾਜ਼ਾਂ ਨਾਲ ਨਫ਼ਰਤ ਜਾਂ ਡਰ ਕੇ ਰਾਤ ਦੇ ਹਨੇਰੇ ਨੇ ਉਹਨਾਂ ਨੂੰ ਭਾਵਹੀਣ ਕਰ ਦਿੱਤਾ ਹੋਵੇਗਾ। ਉਹ ਥਾਣੇਦਾਰ ਅਤੇ ਮੁਨਸ਼ੀ ਜੋ ਪਹਿਲਾਂ ਹੀ ਇਹ ਤਾਕ ਵਿੱਚ ਸਨ, ਉਹ ਕਿਹੋ ਜਿਹੇ ਬੰਦੇ ਹੋਣਗੇ? ਉਹਨਾਂ ਦੇ ਮਨਾਂ ਵਿੱਚ ਉਹਨਾਂ ਦੇ ਆਖਰੀ ਪਲਾਂ ਮੌਕੇ ਕਿਹੋ ਜਿਹੇ ਖਿਆਲ ਹੋਣਗੇ? ਕਿ ਉਹ ਵੀ ਕਦੀ ਇਨਸਾਨ ਸਨ ਜੋ ਹਾਲਾਤ ਨਾਲ ਰਲ ਕੇ ਅਜਿਹਾ ਕੁਝ ਕਰੀ ਗਏ, ਜਾਂ ਉਹ ਉਹਨਾਂ ਬਹੁਤ ਥੋੜ੍ਹਿਆਂ ਵਿੱਚੋਂ ਹੋਣਗੇ ਜੋ ਸਦਾ ਹੀ ਇੱਦਾਂ ਦੇ ਹੁੰਦੇ ਹਨ। ਇੱਦਾਂ ਦੇ ਬੇਗੁਨਾਹਾਂ ਦਾ ਖੂਨ ਲਗਭਗ ਪੰਜਾਬ ਦੇ ਹਰ ਥਾਣੇ ਅਤੇ ਹਰ ਤਸੀਹੇ ਕੇਂਦਰ ਵਿੱਚ ਅਣਤੋਲਿਆ ਡੁੱਲਿਆ ਹੈ। ਇਹਦਾ ਕੋਈ ਲੇਖਾ ਜਾਂ ਸਬੂਤ ਨਹੀਂ। ਜਿਹੜੇ ਵੇਖਣ ਵਾਲੇ ਸਨ ਉਹਨਾਂ ਨੇ ਵੀ ਕੁਝ ਲਿਖਿਆ ਨਹੀਂ ਹੈ। ਕਰਨ ਵਾਲਿਆਂ ਨੇ ਤਾਂ ਏਡੇ ਗੁਨਾਹ ਦਾ ਕਬੂਲਨਾਮਾ ਕਦ ਲਿਖਣਾ ਹੈ। ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ, ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ, ਲੇਖਕ ਭਾਈ ਦਲਜੀਤ ਸਿੰਘ, ਭਾਗ 19ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।